Dear students, welcome. Our today's topic is forested sources, जो कि साडे नैचुरल रिसोर्सिस दे विच ये आउंदा है। हुण जो जंगल ने जां फॉरेस्ट ने वो भी साडे कोल साडे कुदरत दे दित्ते होए स्रोत ने ते वडमुੱਲੇ साधन ने साडे लई। ਇਹ ਨਵਿਆਉਣਯੋਗ ਨੇ। ਮੀਨਜ਼ ਜੇਕਰ ਅਸੀਂ ਇਹਨਾਂ ਨੂੰ ਇੱਕ ਵਾਰ ਕੱਟ ਲੈਂਦੇ ਹਾਂ ਤਾਂ ਅਸੀਂ ਦੁਬਾਰਾ ਇਹਨਾਂ ਦੀ ਥਾਂ 'ਤੇ ਹੋਰ ਉਗਾ ਸਕਦੇ ਹਾਂ। ਅਤੇ ਇਹ ਜੰਗਲੀ ਜੀਵਨ ਜਿਵੇਂ ਕਿ ਪੌਦੇ ਹੋ ਗਏ, ਜੀਵ ਜੰਤੂ ਹੋ ਗਏ, ਉਹਨਾਂ ਦੇ ਲਈ ਹੈਬੀਟੇਟ ਵੀ ਨੇ। ਹੈਬੀਟੇਟ ਮੀਨਸ ਉਹਨਾਂ ਨੂੰ ਰਹਿਣ ਦੇ ਲਈ ਜਿਹੜਾ ਨਿਵਾਸ ਹੈ ਉਹ ਵੀ ਦਿੰਦੇ ਨੇ। ਅਤੇ ਹੋਰ ਜਿਹੜੇ ਕੁਦਰਤੀ ਸੋਰਸਿਸ ਨੇ ਜਿਵੇਂ ਕਿ ਤੇਲ ਅਤੇ ਕੋਇਲਾ ਸਮਾਂ ਬੀਤਣ ਨਾਲ ਖਤਮ ਹੋ ਜਾਣਗੇ। ਬਟ ਜੇਕਰ ਅਸੀਂ ਜਿਹੜੇ ਜੰਗਲ ਨੇ ਇਹਨਾਂ ਦੀ ਸੰਭਾਲ ਕਰਦੇ ਹਾਂ ਤਾਂ ਇਹ ਸਾਡੇ ਲਈ ਪੂਰਾ ਫੁੱਲ ਜਿੰਨੀ ਦੇਰ ਅਸੀਂ ਜ਼ਿੰਦਗੀ ਜਿਉਣੀ ਹੈ, ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਵੀ ਇਹ ਰਹਿਣਗੇ। ਹੁਣ ਜੰਗਲ ਤੋਂ ਕੀ ਭਾਵ ਆ? ਜਿਹੜਾ ਫੋਰੈਸਟ ਸ਼ਬਦ ਆ ਉਹ ਲੈਟਿਨ ਭਾਸ਼ਾ ਦੇ ਸ਼ਬਦ ਫੋਰਿਸ ਤੋਂ ਲਿਆ ਗਿਆ। ਇਸ ਦਾ ਭਾਵ ਹੈ ਘਰ ਤੋਂ ਬਾਹਰ ਜਾਂ ਪਿੰਡ ਦੀ ਸੀਮਾ ਤੋਂ ਬਾਹਰ, ਜਿਸ ਵਿੱਚ ਵਾਹੀਯੋਗ ਅਤੇ ਬਿਨਾਂ ਵਾਹੀਯੋਗ ਭੂਮੀ ਆ ਜਾਂਦੀ ਹੈ। ਮੀਨਜ਼ ਜਿੱਥੇ ਖੇਤੀਬਾੜੀ ਨਾ ਹੁੰਦੀ ਹੋਵੇ। ਹੁਣ ਇਹਦੀ ਡੈਫੀਨੇਸ਼ਨ ਜੇਕਰ ਅਸੀਂ ਸਿੰਪਲ ਪ੍ਰਸਥਿਤਿਕ ਤੌਰ 'ਤੇ ਇਹਦੀ ਗੱਲ ਕਰੀਏ, ਜੰਗਲ ਕੀ ਹੈ? ਇੱਕ ਜੈਵਿਕ ਸਮੁਦਾਇ ਹੈ। ਮੀਨਸ ਆਰਗੈਨਿਕ ਕਮਿਊਨਿਟੀ ਹੈ ਜਿਹਦੇ ਵਿੱਚ ਰੁੱਖ, ਝਾੜੀਆਂ ਅਤੇ ਹੋਰ ਬਨਸਪਤੀ ਵਗੈਰਾ ਇਹਦੇ ਵਿੱਚ ਸ਼ਾਮਿਲ ਹੈ ਅਤੇ ਇਹ ਜੈਵਿਕ ਇਕਾਈਆਂ ਤੋਂ ਹੀ ਬਣਿਆ ਹੋਇਆ ਹੈ। ਮੁੱਖ ਤੌਰ 'ਤੇ ਇੱਕ ਵਿਸ਼ਾਲ ਨਾ ਵਾਹੁਣਯੋਗ ਭੂਮੀ ਹੈ। ਮੀਨਜ਼ ਜਿਹਨੂੰ ਕਿ ਵਾਹਿਆ ਨਹੀਂ ਜਾਂਦਾ, ਇਹਦੇ ਵਿੱਚ ਹਲ ਨਹੀਂ ਵਾਹਿਆ ਜਾਂਦਾ। ਇਹਦੇ ਵਿੱਚ ਸਿਰਫ ਰੁੱਖ, ਝਾੜੀਆਂ ਅਤੇ ਜਿਹੜੀਆਂ ਜੜੀਆਂ ਬੂਟੀਆਂ ਨੇ ਉਹਦੇ ਨਾਲ ਹੀ ਇਹ ਢੱਕਿਆ ਹੋਇਆ ਮਿਲਦਾ ਹੈ। ਨੈਕਸਟ ਇਹਦੇ ਵਿੱਚ ਹੈ ਰਿਪਲੈਨਿਸ਼ਮੈਂਟ ਆਫ ਫੋਰੈਸਟ, ਜੰਗਲਾਂ ਦੀ ਪੂਰਤੀ ਜਾਂ ਪੁਨਰ ਨਿਰਮਾਣ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਜੰਗਲ ਨੇ ਉਹਨਾਂ ਦੀ ਕਟਾਈ ਲਗਾਤਾਰ ਕੀਤੀ ਜਾ ਰਹੀ ਹੈ। ਅਤੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਜਦੋਂ ਭੂਮੀ ਦਾ ਵਧੇਰੇ ਹਿੱਸਾ ਜੰਗਲਾਂ ਦੇ ਹੇਠ ਸੀ, ਪਰ ਲਗਭਗ ਪਿਛਲੇ 50 ਤੋਂ 55 ਸਾਲਾਂ ਦੇ ਵਿੱਚ ਘੱਟੋ ਘੱਟ 16 ਲੱਖ ਹੈਕਟੇਅਰ ਖੇਤਰਫਲ ਦੇ ਵਿੱਚ ਜਿਹੜੇ ਜੰਗਲ ਨੇ ਉਹ ਖਤਮ ਕਰ ਦਿੱਤੇ ਗਏ ਨੇ। ਇੱਕ ਟਾਈਮ ਸੀ ਜਦੋਂ ਅਸੀਂ ਪੂਰੀ ਅਰਥ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਤੇ 40% ਜੰਗਲ ਸੀ, ਬਟ ਹੁਣ ਜਿਹੜਾ 1/3 ਪਾਰਟ ਹੈ ਇਸ ਤੋਂ ਵੀ ਘੱਟ ਹੈ ਜੰਗਲਾਂ ਦਾ ਸਾਡੇ ਕੋਲ। ਹੁਣ ਜੰਗਲ ਹੋਰ ਪੈਦਾ ਕਰਨ ਦੇ ਲਈ, ਮੀਨਜ਼ ਦਰਖਤ ਲਗਾਉਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਭੂਮੀ ਦਾ ਸਾਨੂੰ ਵਿਸਥਾਰ ਵੀ ਕਰਨਾ ਪਏਗਾ। ਮੀਨਜ਼ ਜੰਗਲਾਂ ਦੇ ਹੇਠ ਲਿਆਉਣ ਦੇ ਲਈ, ਕਿਉਂਕਿ ਜਿੰਨੀ ਸਾਡੇ ਕੋਲ ਧਰਤੀ ਅਸੀਂ ਉਹਨੂੰ ਨਹੀਂ ਵਧਾ ਸਕਦੇ, ਬਟ ਅਸੀਂ ਉਹਦੇ ਉੱਪਰ ਜੰਗਲਾਂ ਨੂੰ ਵਧਾ ਸਕਦੇ ਹਾਂ। ਮੀਨਜ਼ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰੁੱਖ ਨੇ ਉਹ ਲਗਾ ਸਕਦੇ ਹਾਂ। ਅਤੇ ਜੰਗਲਾਂ ਨੂੰ ਅਸੀਂ ਨੇ ਬਚਾਉਣਾ ਵੀ ਹੈ ਤਾਂ ਜੋ ਅਸੀਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਕੁਛ ਬਚਾ ਕੇ ਰੱਖ ਸਕੀਏ। ਇੰਪੋਰਟੈਂਸ ਐਂਡ ਯੂਜ਼ਸ ਆਫ ਫੋਰੈਸਟ। ਹੁਣ ਜਿਹੜੇ ਜੰਗਲ ਨੇ ਸਾਡੇ ਲਈ ਉਹ ਸਾਡੇ ਲਈ ਕਿਵੇਂ ਮਹੱਤਵਪੂਰਨ ਨੇ, ਕਿਵੇਂ ਉਪਯੋਗੀ ਨੇ? ਸਭ ਤੋਂ ਪਹਿਲਾਂ ਜਿਹੜੀ ਇਮਾਰਤੀ ਲੱਕੜੀ ਹੈ, ਫਰਨੀਚਰ ਅਤੇ ਬਾਲਣ ਦਾ ਸਾਧਨ ਵੀ ਨੇ। ਸਾਨੂੰ ਜੰਗਲਾਂ ਤੋਂ ਹੀ ਮਿਲਦੀ ਹੈ ਸਾਰੀ ਲੱਕੜੀ। ਖੇਡਾਂ ਦਾ ਸਮਾਨ ਤਿਆਰ ਕਰਨ ਦੇ ਲਈ ਵੀ ਲੱਕੜੀ ਦੀ ਵਰਤੋਂ ਹੁੰਦੀ ਹੈ। ਅਤੇ ਲੱਕੜੀ ਦੇ ਜਿਹੜੇ ਕੁਛ ਉਦਯੋਗ ਲਗਾਏ ਜਾਂਦੇ ਨੇ ਉਹ ਤੋਂ ਸਾਨੂੰ ਅਸੀਂ ਦਰੱਖਤਾਂ ਤੋਂ ਪਲਪ ਵੀ ਲੈਂਦੇ ਹਾਂ, ਗੁਦਾ ਪ੍ਰਾਪਤ ਕਰਦੇ ਹਾਂ। ਅਤੇ ਜਿਹੜੇ ਮੈਡੀਸਨ ਵੈਲਿਊ ਵੀ ਇਹਨਾਂ ਦੀ, ਬਹੁਤ ਸਾਰੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਕਿ ਬਣਾਉਣ ਦੇ ਵਿੱਚ ਜਿਹੜੇ ਦਰੱਖਤ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਕੁਨੀਨ, ਇਹਨੂੰ ਅਸੀਂ ਮਲੇਰੀਏ ਦੇ ਇਲਾਜ ਦੇ ਲਈ ਵਰਤਦੇ ਹਾਂ ਅਤੇ ਇਹ ਜੰਗਲਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਆਮਲਾ ਹੋ ਗਿਆ, ਹਰੜ, ਬਹੇੜਾ, ਨਿੰਮ, ਇਹ ਜਿਹੜੀਆਂ ਸਾਰੇ ਦਰੱਖਤ ਨੇ ਦਵਾਈਆਂ ਦੇ ਲਈ ਵਰਤੇ ਜਾਂਦੇ ਨੇ। ਫਿਰ ਇਹ ਪੋਲਿਊਸ਼ਨ ਕਿਉਰ ਦਾ ਕੰਮ ਵੀ ਕਰਦੇ ਨੇ, ਸਾਡੀ ਹਵਾ ਨੂੰ ਸਾਫ਼ ਕਰਦੇ ਨੇ ਅਤੇ ਜਿਹੜੀ ਕਾਰਬਨ ਡਾਈਆਕਸਾਈਡ ਉਹਨੂੰ ਗ੍ਰਹਿਣ ਕਰਦੇ ਨੇ ਅਤੇ ਆਕਸੀਜਨ ਨੂੰ ਛੱਡਦੇ ਨੇ। ਹੁਣ ਇਹ ਧਰਤੀ ਦਾ ਜਿਹੜਾ ਤਲ ਹੈ ਉਦੋਂ ਪਾਣੀ ਨੂੰ ਰੁੜਨ ਤੋਂ ਵੀ ਰੋਕਦੇ ਨੇ। ਮੀਨਸ ਪਾਣੀ ਦੇ ਵਹਾਅ ਨੂੰ ਘੱਟ ਕਰਦੇ ਨੇ। ਇਹ ਪਾਣੀ ਧਰਤੀ ਚੂਸ ਲੈਂਦੀ ਹੈ ਅਤੇ ਇਹਦੇ ਨਾਲ ਜਿਹੜਾ ਧਰਤੀ ਹੇਠਲਾ ਪਾਣੀ ਦਾ ਪੱਧਰ ਉਹ ਨੀਵਾਂ ਨਹੀਂ ਹੁੰਦਾ। ਜਿਹੜੇ ਰੁੱਖ ਨੇ ਉਹ ਵਿੰਡ ਬ੍ਰੇਕਸ ਦਾ ਕੰਮ ਵੀ ਕਰਦੇ ਨੇ। ਮੀਨਜ਼ ਜਿਹੜੀ ਹਵਾ ਰੋਕੂ ਵਾੜ ਹੈ, ਮੀਨਜ਼ ਇੱਕ ਕਤਾਰ ਦੇ ਵਿੱਚ ਜਿਹੜੇ ਦਰੱਖਤ ਤੁਸੀਂ ਲੱਗੇ ਹੋਏ ਦੇਖੇ ਹੋਣਗੇ ਉਹਨੂੰ ਵਿੰਡ ਬ੍ਰੇਕਸ ਕਿਹਾ ਜਾਂਦਾ ਹੈ। ਹੁਣ ਜਿਹੜੇ ਜੰਗਲ ਨੇ ਉਹ ਸਾਡੇ ਜਲਵਾਯੂ ਦੇ ਉੱਪਰ ਵੀ ਇਫੈਕਟ ਪਾਉਂਦੇ ਨੇ ਅਤੇ ਰੁੱਖਾਂ ਤੋਂ ਬਿਨਾਂ ਜਿਹੜਾ ਪਾਣੀ ਦਾ ਇਵੈਪੋਰੇਸ਼ਨ ਹੈ ਉਹ ਰੁੱਖਾਂ ਤੋਂ ਹੀ ਹੁੰਦਾ ਹੈ। ਮੀਨਜ਼ ਰੁੱਖਾਂ ਤੋਂ ਬਿਨਾਂ ਪੋਸੀਬਲ ਨਹੀਂ ਹੋਏਗਾ। ਅਤੇ ਇਹ ਰਹਿਣ ਸਹਿਣ ਦੇ ਲਈ ਜਿਹੜੇ ਕੋਈ ਜਾਨਵਰ ਨੇ, ਪਸ਼ੂ ਪੰਛੀ ਨੇ, ਉਹਨਾਂ ਦੇ ਲਈ ਸ਼ੈਲਟਰ ਵੀ ਪ੍ਰਦਾਨ ਕਰਦੇ ਨੇ। ਅਤੇ ਇਹਦੇ ਨਾਲ ਇਹ ਹੋਊਗਾ ਵੀ ਜਿਹੜੇ ਜੰਗਲੀ ਜੀਵ ਨੇ ਉਹਨਾਂ ਦੀਆਂ ਨਸਲਾਂ ਵੀ ਨਹੀਂ ਖਤਮ ਹੋਣਗੀਆਂ। ਅਤੇ ਬਹੁਤ ਸਾਰੇ ਤਰ੍ਹਾਂ ਦਾ ਜਿਹੜਾ ਭੋਜਨ ਪਦਾਰਥ ਉਹ ਵੀ ਅਸੀਂ ਜੰਗਲਾਂ ਤੋਂ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਨਾਰੀਅਲ, ਅਮਰੂਦ, ਆਲੂ ਬੁਖਾਰਾ, ਅੰਬ ਅਤੇ ਹੋਰ ਫਲ ਵਗੈਰਾ। ਮਿਰਚ ਮਸਾਲੇ ਵੀ ਇਹਨਾਂ ਜੰਗਲਾਂ ਤੋਂ ਹੀ ਸਾਨੂੰ ਪ੍ਰਾਪਤ ਹੁੰਦੇ ਨੇ, ਜਿਵੇਂ ਕਿ ਲੌਂਗ, ਇਲਾਇਚੀ, ਦਾਲਚੀਨੀ, ਜੀਰਾ ਵਗੈਰਾ। ਤੇਲ ਅਤੇ ਜਿਹੜੇ ਹੋਰ ਵਪਾਰਕ ਵਸਤਾਂ ਦੀ ਪੈਦਾਵਾਰ ਵੀ ਜੰਗਲ ਹੀ ਕਰਦੇ ਨੇ, ਜਿਵੇਂ ਕਿ ਨਾਰੀਅਲ ਦਾ ਤੇਲ ਹੈ, ਬਦਾਮਾਂ ਦਾ ਤੇਲ ਹੈ, ਰਬੜ, ਮੁਸ਼ਕ ਕਪੂਰ ਅਤੇ ਮਹਿੰਦੀ ਵਗੈਰਾ।
ਤੇ ਜੰਗਲਾਂ ਦਾ ਜਿਹੜਾ ਐਸਥੈਟਿਕ ਵੈਲਿਊ ਵੀ ਹੈ ਸਾਡੀ ਲਾਈਫ ਦੇ ਵਿੱਚ, ਸੁਹਜਾਤਮਕ ਮੁੱਲ ਵੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਨਜ਼ਾਰਾ ਹੈ ਮੀਨਜ਼ ਇਹਨਾਂ ਦਾ ਜਿਹੜਾ ਸੀਨ ਆ ਉਹ ਬਹੁਤ ਹੀ ਵਧੀਆ ਹੁੰਦਾ ਏ। ਅਤੇ ਜੰਗਲਾਂ ਦੀ ਜਿਹੜੀ ਕਈ ਵਸਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੇ ਕਿ ਘਰ ਸਜਾਉਣ ਦੇ ਕੰਮ ਵੀ ਆਉਂਦੀਆਂ ਨੇ, ਜਿਵੇਂ ਕਿ ਕੋਨ ਵਗੈਰਾ। ਹੁਣ ਜਿਹੜੇ ਜੰਗਲ ਨੇ ਉਹਨਾਂ ਦੀ ਲੁੱਕ ਬਹੁਤ ਅੱਛੀ ਹੁੰਦੀ ਹੈ, ਇਸ ਕਰਕੇ ਇਹਨਾਂ ਦੀ ਜਿਹੜੀ ਮਹੱਤਵ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਡੇ ਲਈ ਇਹ ਕਿੰਨੇ ਹੀ ਲੋੜਵੰਦ ਨੇ, ਸਾਡੇ ਲਈ ਕਿੰਨੇ ਇਹ ਮਹੱਤਵਪੂਰਨ ਨੇ। ਨੈਕਸਟ ਹੈ ਕੰਜ਼ਰਵੇਸ਼ਨ ਆਫ ਫੋਰੈਸਟ, ਜੰਗਲਾਂ ਦੀ ਸੰਭਾਲ ਦੇ ਲਈ ਉਪਾਅ। ਸਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਫਿਕਸ ਦ ਯੂਜ਼ ਆਫ ਫੋਰੈਸਟ ਵੁੱਡ, ਜਿਹੜੀ ਜੰਗਲ ਦੀ ਲੱਕੜੀ ਹੈ ਉਹਦੀ ਵਰਤੋਂ ਨੂੰ ਨਿਸ਼ਚਿਤ ਬਣਾਉਣਾ ਜ਼ਰੂਰੀ ਹੈ ਕਿ ਕਿੰਨੀ ਕੁ ਵਰਤੋਂ ਕਰ ਸਕਦੇ ਹੋ ਤੁਸੀਂ, ਅਤੇ ਉਹਦੇ ਲਈ ਜਿਹੜੇ ਬਦਲਵੇਂ ਸਰੋਤ ਨੇ ਉਹਨਾਂ ਨੂੰ ਜਿਹੜਾ ਬਦਲ ਹੈ ਮੀਨਜ਼ ਉਹ ਲੱਭਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜੀ ਜੰਗਲ ਦੀ ਲੱਕੜੀ ਹੈ ਉਹਨੂੰ ਅੰਧਾਧੁੰਦ ਦੀ ਕਟਾਈ ਨਾ ਕੀਤੀ ਜਾਵੇ। ਸਟਾਪ ਕਟਿੰਗ ਟਰੀਜ਼, ਫਿਰ ਜਿਹੜੀ ਕਟਾਈ ਹੈ ਜੰਗਲਾਂ 'ਚ ਜਿੰਨੇ ਵੀ ਦਰਖਤ ਨੇ ਉਹਦੇ ਬਿਲਕੁਲ ਟੋਟਲੀ ਮਨ੍ਹਾ ਹੋਣੇ ਚਾਹੀਦੇ ਨੇ, ਮੀਨਜ਼ ਕੋਈ ਜੁਰਮਾਨਾ ਵਗੈਰਾ ਰੱਖਿਆ ਜਾਣਾ ਚਾਹੀਦਾ, ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਕਿ ਲੋਕ ਜੰਗਲਾਂ ਦੀ ਕਟਾਈ ਕਰਦੇ ਆ। ਗਰੋ ਨਿਊ ਟਰੀਜ਼, ਜਿਹੜੇ ਨਵੇਂ ਰੁੱਖ ਨੇ ਉਹ ਲਗਾਉਣੇ ਨੇ। ਖਾਲੀ ਥਾਵਾਂ ਹੋ ਗਈਆਂ ਜਿਵੇਂ ਕਿ ਅਸੀਂ ਰੋਡਸ ਦੇ ਆਲੇ ਦੁਆਲੇ ਦੇਖਦੇ ਹਾਂ, ਦਰਿਆਵਾਂ ਦੇ ਕਿਨਾਰੇ, ਖੇਤਾਂ ਦੇ ਵਿੱਚ ਕਿੰਨੀ ਜਿਹੜੀ ਸਾਡੇ ਕੋਲ ਥਾਂ ਹੁੰਦੀ ਹੈ, ਘਰਾਂ ਦੇ ਵਿੱਚ ਵੀ ਬਹੁਤ ਸਾਰੇ ਜਿਵੇਂ ਕਿ ਪਿੰਡ ਨੇ ਉੱਥੇ ਥਾਂ ਖਾਲੀ ਹੁੰਦੀ ਹੈ, ਘਰ ਖੁੱਲ੍ਹੇ ਹੁੰਦੇ ਆ, ਤਾਂ ਜਿਹੜੇ ਨਵੇਂ ਰੁੱਖ ਨੇ ਉਹ ਲਗਾਏ ਜਾਣੇ ਚਾਹੀਦੇ ਨੇ। ਸਕੂਲ ਹੋ ਗਏ, ਕਾਲਜ ਹੋ ਗਏ, ਖੇਡ ਦੇ ਮੈਦਾਨ ਨੇ, ਮੀਨਜ਼ ਇਸ ਤਰ੍ਹਾਂ ਦੀ ਥਾਂ ਜਿੱਥੇ ਕਿ ਅਸੀਂ ਲਗਾ ਸਕਦੇ ਹਾਂ ਉੱਥੇ ਜਿਹੜੇ ਨਵੇਂ ਦਰਖਤ ਨੇ ਉਹ ਉਗਾਏ ਜਾਣੇ ਚਾਹੀਦੇ ਨੇ। ਨੈਕਸਟ ਹੈ ਅਲਟਰਾਨੇਟ ਆਫ ਫਰਨੀਚਰ ਵੁੱਡ। ਹੁਣ ਜੋ ਫਰਨੀਚਰ ਦੇ ਲਈ ਲੱਕੜੀ ਵਰਤੀ ਜਾਂਦੀ ਹੈ ਇਹਨੂੰ ਕਿਤੇ ਸੰਜਮ ਨਾਲ ਵਰਤਣਾ ਅਤੇ ਇਹਦਾ ਜਿਹੜਾ ਅਲਟਰਾਨੇਟ ਹੈ ਉਹ ਲੱਭਣਾ ਬਹੁਤ ਜ਼ਰੂਰੀ ਹੈ, ਮੀਨਜ਼ ਇਸ ਲੱਕੜ ਦਾ ਕੋਈ ਬਦਲ ਹੋਣਾ ਚਾਹੀਦਾ ਹੈ। ਨੈਕਸਟ ਹੈ ਸੇਫ ਫਰੋਮ ਫਾਇਰ। ਹੁਣ ਤੁਹਾਨੂੰ ਵੀ ਪਤਾ ਹੈ ਕਿ ਜੰਗਲਾਂ ਦੇ ਵਿੱਚ ਕਈ ਵਾਰ ਅੱਗ ਲੱਗ ਜਾਂਦੀ ਹੈ, ਉਹ ਜਿਹੜੀ ਅੱਗ ਲੱਗਦੀ ਉਹ ਆਟੋਮੈਟਿਕਲੀ ਹੁੰਦੀ ਹੈ, ਮੀਨਜ਼ ਆਪਣੇ ਆਪ ਲੱਗ ਜਾਂਦੀ ਹੈ, ਅਤੇ ਇਸ ਤਰ੍ਹਾਂ ਦੀ ਅੱਗ ਤੋਂ ਬਚਾਉਣਾ ਇਹਨਾਂ ਨੂੰ ਜ਼ਰੂਰੀ ਹੈ। ਨੋ ਗਰੇਜ਼ਿੰਗ, ਅਤੇ ਪਸ਼ੂਆਂ ਦੇ ਚਾਰਨ ਦੇ ਉੱਪਰ ਮਰਾਹੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਵੀ ਬਹੁਤ ਜ਼ਿਆਦਾ ਜਿਹੜਾ ਦਰਖਤਾਂ ਦਾ ਨੁਕਸਾਨ ਕਰਦੇ ਨੇ। ਸਾਇੰਟੀਫਿਕ ਮੈਥਡਸ, ਹੁਣ ਜੋ ਕੀੜੇ ਮਕੌੜੇ ਨੇ, ਬਿਮਾਰੀਆਂ ਨੇ, ਇਹਨਾਂ ਦੀ ਰੋਕਥਾਮ ਦੇ ਲਈ ਜਿਹੜੇ ਸਾਇੰਟੀਫਿਕ ਮੈਥਡ ਨੇ ਉਹ ਅਪਣਾਏ ਜਾਣੇ ਚਾਹੀਦੇ ਨੇ, ਤਾਂ ਜੋ ਜਿਹੜੇ ਸਾਡੇ ਦਰਖਤ ਨੇ ਉਹ ਖਰਾਬ ਨਾ ਹੋਣ। ਸੈਲੀਬ੍ਰੇਟ ਇਨਵਾਇਰਮੈਂਟ ਡੇ, ਹੁਣ ਜਿਹੜੇ ਇਨਵਾਇਰਮੈਂਟ ਡੇ ਹੈ ਜਿਵੇਂ ਕਿ 5 ਜੂਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਇਹ ਵਰਲਡ ਇਨਵਾਇਰਮੈਂਟ ਡੇ ਹੈ, ਅਤੇ ਇਸ ਦਿਨ ਇਹਨੂੰ ਸੈਲੀਬ੍ਰੇਟ ਕਰਕੇ ਬੱਚਿਆਂ ਨੂੰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਜ਼ਰੂਰੀ ਹੈ ਕਿ ਜਿਹੜੇ ਦਰਖਤ ਨੇ, ਜੰਗਲ ਨੇ, ਉਹ ਸਾਡੇ ਲਈ ਕਿੰਨੀ ਇੰਪੋਰਟੈਂਸ ਵਾਲੇ ਨੇ, ਇਸ ਕਰਕੇ ਇਹਨਾਂ ਦੀ ਜਿਹੜੀ ਕਟਾਈ ਹੈ ਉਹ ਨਹੀਂ ਕਰਨੀ ਚਾਹੀਦੀ। ਦਿਨ ਦੀ ਜਿਹੜੀ ਇੰਪੋਰਟੈਂਸ ਹੈ ਉਹਦੇ ਬਾਰੇ ਦੱਸਣਾ ਜ਼ਰੂਰੀ ਹੈ। ਯੂਜ਼ ਨਿਊ ਟੈਕਨੀਕਸ ਆਫ ਐਗਰੀਕਲਚਰ, ਫਿਰ ਖੇਤੀਬਾੜੀ ਦੇ ਲਈ ਵੀ ਜਿਹੜੇ ਨਵੇਂ ਟੈਕਨੀਕਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇ, ਜਿਵੇਂ ਕਿ ਸਿੰਚਾਈ ਕਰਨੀ ਹੈ, ਖਾਦ ਪਾਉਣੀ ਹੈ, ਕੁਛ ਜਿਹੜੇ ਵਾਧੂ ਨਦੀਨ ਵਗੈਰਾ ਹੋ ਜਾਂਦੇ ਨੇ ਉਹਨਾਂ 'ਤੇ ਕਾਬੂ ਕਰਨਾ ਹੈ, ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਹੈ ਵੀ ਜੇਕਰ ਅਸੀਂ ਐਗਰੀਕਲਚਰ ਦੇ ਵਿੱਚ ਓਲਡ ਟੈਕਨੀਕਸ ਯੂਜ਼ ਕਰਦੇ ਰਹਾਂਗੇ ਤਾਂ ਮੋਸਟਲੀ ਉਹ ਲੱਕੜ ਤੋਂ ਹੀ ਬਣਦਾ ਸੀ ਸਮਾਨ, ਇਸ ਕਰਕੇ ਲੱਕੜ ਦੀ ਜਿਹੜੀ ਕਟਾਈ ਹੈ ਉਹ ਰੁਕ ਜੇਗੀ। ਨੈਕਸਟ ਹੈ ਪ੍ਰਜਰਵੇਸ਼ਨ ਆਫ ਸਮਾਲ ਟਰੀਜ਼, ਫਿਰ ਜਿਹੜੇ ਛੋਟੇ ਦਰਖਤ ਨੇ ਉਹਨਾਂ ਦੀ ਸੰਭਾਲ ਕੀਤੀ ਜਾਵੇ, ਕਿਉਂਕਿ ਜੇਕਰ ਅਸੀਂ ਉਹਨਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਉਹ ਵੱਡੇ ਨਹੀਂ ਹੋਣਗੇ। ਹੁਣ ਜਦੋਂ ਅਸੀਂ ਦਰਖਤ ਲਗਾਇਆ ਤਾਂ ਉਹਦੀ ਕੇਅਰ ਬਹੁਤ ਕਰਨੀ ਜ਼ਰੂਰੀ ਹੈ, ਕਿਉਂਕਿ ਜੇਕਰ ਨਹੀਂ ਅਸੀਂ ਕੇਅਰ ਕਰਾਂਗੇ ਤਾਂ ਉਹਨੂੰ ਕੋਈ ਪਸ਼ੂ ਪੰਛੀ ਵਗੈਰਾ ਖਾ ਜਾਣਗੇ, ਉਹਨੂੰ ਪਾਣੀ ਨਹੀਂ ਮਿਲੇਗਾ ਅਤੇ ਜਿਹੜਾ ਦਰਖਤ ਹੈ ਉਹ ਵੱਡਾ ਨਹੀਂ ਹੋਏਗਾ। ਨੈਕਸਟ ਹੈ ਕਾਜ਼ਜ਼ ਆਫ ਡੀਫੋਰੈਸਟੇਸ਼ਨ ਐਂਡ ਔਰ ਡਿਪਲੇਸ਼ਨ ਆਫ ਫੋਰੈਸਟ, ਮੀਨ ਜੰਗਲਾਂ ਦੇ ਵਿਨਾਸ਼ ਅਤੇ ਕਟਾਈ ਦੇ ਕਿਹੜੇ ਕਾਰਨ ਨੇ, ਮੀਨਸ ਜਿਹੜੇ ਜੰਗਲ ਨੇ ਉਹ ਕਿਉਂ ਘਟਦੇ ਜਾ ਰਹੇ ਨੇ, ਕਿਉਂ ਉਹਨਾਂ ਦੀ ਜਿਹੜੀ ਕਟਾਈ ਉਹ ਹੁੰਦੀ ਹੈ। ਪਹਿਲਾ ਹੈ ਪਾਪੂਲੇਸ਼ਨ ਗਰੋਥ, ਜਿਹੜੀ ਸਾਡੀ ਪਾਪੂਲੇਸ਼ਨ ਹੈ ਪੂਰੇ ਵਰਲਡ ਦੀ ਹੀ ਅਸੀਂ ਗੱਲ ਕਰਦੇ ਹਾਂ, ਉਹਦੇ 'ਚ ਬਹੁਤ ਜ਼ਿਆਦਾ ਲਗਾਤਾਰ ਵਾਧਾ ਹੋ ਰਿਹਾ ਹੈ, ਅਤੇ ਭੋਜਨ ਪ੍ਰਾਪਤੀ ਦੇ ਲਈ ਅਤੇ ਰਹਿਣ ਸਹਿਣ ਦੇ ਲਈ ਸਾਨੂੰ ਥਾਂ ਦੀ ਜ਼ਰੂਰਤ ਹੈ, ਉਹਦੇ ਲਈ ਜਿਹੜੇ ਜੰਗਲ ਨੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ। ਨੈਕਸਟ ਹੈ ਇੰਡਸਟਰੀਅਲ ਡਿਵੈਲਪਮੈਂਟ। ਹੁਣ ਅਸੀਂ ਕੀ ਚਾਹੁੰਦੇ ਹਾਂ ਕਿ ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਹੈ ਉਹ ਹੋਵੇ, ਵੱਧ ਤੋਂ ਵੱਧ ਇੰਡਸਟਰੀਜ਼ ਲਗਾਈਆਂ ਜਾਣ। ਹੁਣ ਜੇ ਇੱਥੇ ਇੰਡਸਟਰੀਜ਼ ਲਗਾਉਣੀਆਂ ਨੇ ਤਾਂ ਉੱਥੇ ਜਿਹੜੇ ਦਰਖਤ ਨੇ ਉਹਨਾਂ ਦੀ ਕਟਿੰਗ ਕੀਤੀ ਜਾਂਦੀ ਹੈ ਅਤੇ ਉੱਥੇ ਜਿਹੜੀਆਂ ਇੰਡਸਟਰੀਜ਼ ਨੂੰ ਸਥਾਪਿਤ ਕਰ ਲਈਆਂ ਜਾਂਦੀਆਂ ਨੇ। ਨੈਕਸਟ ਹੈ ਐਗਰੀਕਲਚਰ ਐਕਸਪੈਂਸ਼ਨ, ਖੇਤੀਬਾੜੀ ਦੇ ਵਿੱਚ ਵਾਧਾ ਕਰਨ ਦੇ ਲਈ ਵੀ, ਤਾਂ ਜੋ ਅਸੀਂ ਖੇਤੀਬਾੜੀ ਜਿੱਥੇ ਕਰਨੀ ਹੈ ਉਹ ਜ਼ਮੀਨ ਨੂੰ ਵਧਾ ਸਕੀਏ, ਉਹਦੇ ਲਈ ਵੀ ਜਿਹੜੀ ਜੰਗਲਾਂ ਦੀ ਕਟਾਈ ਹੈ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਫੋਰੈਸਟ ਫਾਇਰਸ, ਹੁਣ ਜਿਹੜੇ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ ਉਹਦੇ ਨਾਲ ਵੀ ਜਿਹੜੇ ਜੰਗਲ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਨੈਕਸਟ ਹੈ ਲੈਕ ਆਫ ਅਵੇਅਰਨੈਸ, ਲੋਕਾਂ ਵਿੱਚ ਅਵੇਅਰਨੈਸ ਦੀ ਵੀ ਕਮੀ ਹੈ, ਤਾਂ ਵੀ ਜਿਹੜੇ ਲੋਕ ਨੇ ਉਹ ਦਰਖਤਾਂ ਦੇ ਵੱਲ ਧਿਆਨ ਨਹੀਂ ਦਿੰਦੇ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ। ਫਿਰ ਹੈ ਓਵਰ ਗਰੇਜ਼ਿੰਗ, ਜਿਹੜੇ ਪਸ਼ੂ ਨੇ ਉਹਨਾਂ ਨੂੰ ਖੁੱਲ੍ਹਾ ਹੀ ਚਰਨ ਦੇ ਲਈ ਛੱਡ ਦਿੱਤਾ ਜਾਂਦਾ ਹੈ, ਜਿਹੜੇ ਕਿ ਦਰਖਤਾਂ ਦਾ ਬਹੁਤ ਨੁਕਸਾਨ ਕਰਦੇ ਨੇ।
ਨੈਕਸਟ ਹੈ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ। ਕੁਛ ਇਸ ਤਰ੍ਹਾਂ ਦੇ ਪ੍ਰੋਜੈਕਟ ਵੀ ਨੇ ਜਿਹੜੇ ਕਿ ਪਾਣੀ ਵਗੈਰਾ ਦੇ ਨਾਲ ਚੱਲਦੇ ਨੇ, ਜਿੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਅਤੇ ਉੱਥੇ ਸਾਨੂੰ ਲੱਕੜ ਦੀ ਜ਼ਰੂਰਤ ਵੀ ਪੈਂਦੀ ਹੈ, ਅਤੇ ਉਹਦੇ ਕਰਕੇ ਵੀ ਜਿਹੜੇ ਜੰਗਲ ਨੇ ਉਹਨਾਂ ਦੀ ਜਿਹੜੀ ਕਟਾਈ ਹੈ ਉਹ ਲਗਾਤਾਰ ਹੋ ਰਹੀ ਹੈ। ਫਿਰ ਰੋਡਸ ਕੰਸਟਰਕਸ਼ਨ, ਲਗਾਤਾਰ ਜਿਹੜੇ ਨਵੀਆਂ ਰੋਡਸ ਨੇ ਉਹ ਬਣ ਰਹੀਆਂ ਨੇ। ਕੋਈ ਰੋਡ ਇੱਥੋਂ ਉੱਧਰ ਨੂੰ ਕੱਢਣੀ ਹੈ, ਕੋਈ ਸਿੱਧੀ ਕੱਢਣੀ ਹੈ, ਕੋਈ ਕਿੱਧਰ ਲੈ ਕੇ ਜਾਣੀ ਹੈ, ਤਾਂ ਉਹਦੇ ਅਕੋਰਡਿੰਗ ਕੀ ਹੈ ਵੀ ਜਿੱਥੇ ਜਿੱਥੇ ਰਸਤੇ ਦੇ ਵਿੱਚ ਦਰੱਖਤ ਆਉਂਦੇ ਨੇ, ਭਾਵੇਂ ਜੰਗਲੀ ਏਰੀਆ ਹੋ ਭਾਵੇਂ ਨੋਰਮਲ ਏਰੀਆਜ਼ ਨੇ, ਤਾਂ ਸਾਰੇ ਹੀ ਜਿਹੜੇ ਦਰੱਖਤ ਨੇ ਰਸਤੇ ਦੇ ਵਿੱਚੋਂ ਹਟਾ ਦਿੱਤੇ ਜਾਂਦੇ ਨੇ। ਨੈਕਸਟ ਹੈ ਇਫੈਕਟਸ ਆਫ ਡੀਫੋਰੈਸਟੇਸ਼ਨ। ਹੁਣ ਜੇਕਰ ਜਿਹੜੇ ਜੰਗਲਾਂ ਦੀ ਕਟਾਈ ਲਗਾਤਾਰ ਹੋ ਰਹੀ ਤਾਂ ਉਹਦੇ ਕਿਹੜੇ ਕਿਹੜੇ ਬੈਡ ਇਫੈਕਟ ਪੈ ਰਹੇ ਨੇ ਸਾਡੇ 'ਤੇ। ਸਭ ਤੋਂ ਪਹਿਲਾਂ ਲੈਕ ਆਫ ਵੁੱਡ, ਸਾਡੇ ਕੋਲ ਜਿਹੜੀ ਲੱਕੜ ਹੈ ਉਹ ਲਗਾਤਾਰ ਘਟਦੀ ਜਾ ਰਹੀ ਹੈ। ਮੀਨਸ ਜੋ ਅਸੀਂ ਕੀਮਤੀ ਲੱਕੜ ਜੰਗਲਾਂ ਤੋਂ ਪ੍ਰਾਪਤ ਕਰਦੇ ਹਾਂ ਉਹ ਬਿਲਕੁਲ ਹੌਲੀ ਹੌਲੀ ਸਾਡੇ ਕੋਲੋਂ ਖਤਮ ਹੋ ਜਾਏਗੀ। ਨੈਕਸਟ ਹੈ ਰਿਡਿਊਸਡ ਫੋਰੈਸਟ ਕਵਰੇਜ। ਹੁਣ ਜੋ ਏਰੀਆ ਜੰਗਲਾਂ ਨੇ ਕਵਰ ਕੀਤਾ ਹੋਇਆ ਸੀ ਉਹ ਵੀ ਲਗਾਤਾਰ ਘਟਦਾ ਜਾ ਰਿਹਾ ਹੈ, ਅਤੇ ਇਹਨਾਂ ਨਾਲ ਜਿਹੜਾ ਮੌਸਮ ਹੈ ਉਹਦੇ ਵਿੱਚ ਵੀ ਜਿਹੜੀ ਤਬਦੀਲੀ ਹੈ ਉਹ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਜਿੰਨੇ ਜਿੰਨੇ ਜਿਹੜੇ ਦਰੱਖਤ ਨੇ ਉਹ ਕੱਟੇ ਜਾਣਗੇ, ਨਵੇਂ ਨਹੀਂ ਲਗਾਏ ਜਾਣਗੇ, ਤਾਂ ਜਿਹੜਾ ਸਾਡਾ ਕਲਾਈਮੇਟ ਚੇਂਜ ਹੈ ਉਹ ਹੋਏਗਾ। ਜਿਵੇਂ ਕਿ ਹੁਣ ਦੇਖੋ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ, ਬਾਰਿਸ਼ ਬਹੁਤ ਘੱਟ ਹੁੰਦੀ ਹੈ, ਭੂ ਖੋਰ ਵਗੈਰਾ ਹੋ ਰਿਹਾ, ਅਤੇ ਸਾਨੂੰ ਜਿਹੜੇ ਹੋਰ ਸਾਡੇ ਜਿਵੇਂ ਕਿ ਓਜ਼ੋਨ ਲੇਅਰ ਹੈ, ਸਾਨੂੰ ਸਾਰੀਆਂ ਹੀ ਜਿਹੜੀਆਂ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਕਸਟ ਹੈ ਸੋਇਲ ਇਰੋਜ਼ਨ। ਫਿਰ ਜਿਹੜਾ ਭੂਮੀ ਖੋਰ ਆ ਉਹ ਵੱਧ ਰਿਹਾ ਹੈ, ਮੀਨਸ ਜਿਹੜੀ ਭੂਮੀ ਦੀ ਉੱਪਰਲੀ ਪਰਤ ਹੈ ਜੋ ਕਿ ਬਹੁਤ ਹੀ ਉਪਜਾਊ ਹੁੰਦੀ ਹੈ, ਇਹ ਖੁਰ ਰਹੀ ਹੈ। ਨੈਕਸਟ ਹੈ ਰਿਡਿਊਸਡ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਮੀਨਸ ਜੰਗਲਾਂ ਦੇ ਵਿੱਚ ਜਿਹੜੀ ਜੈਵਿਕ ਮੀਨਸ ਔਰਗੈਨਿਕ ਅਤੇ ਜਿਹੜੀ ਬਨਸਪਤੀ ਨਾਲ ਰਿਲੇਟਡ ਭਿੰਨਤਾ ਸੀ, ਬਾਇਓਡਾਇਵਰਸਿਟੀ ਸੀ, ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਜੀਵ ਅਤੇ ਜਿਹੜੀ ਬਨਸਪਤੀ ਇਸ ਤਰ੍ਹਾਂ ਦੀ ਜਿਹਨਾਂ ਜਿਹੜੀਆਂ ਜਾਤੀਆਂ ਨੇ ਉਹ ਖਤਮ ਹੋ ਰਹੀਆਂ ਨੇ ਅਤੇ ਖਤਮ ਹੋ ਵੀ ਚੁੱਕੀਆਂ ਨੇ। ਡੀਅਰ ਸਟੂਡੈਂਟਸ, ਇਹ ਸੀ ਤੁਹਾਡਾ ਟੌਪਿਕ ਨੈਚੁਰਲ ਰਿਸੋਰਸਿਸ ਦੇ ਨਾਲ ਰਿਲੇਟਡ ਫੋਰੈਸਟ ਦੇ ਨਾਲ। ਥੈਂਕਸ ਫॉर ਵਾਚਿੰਗ।